देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। कई जगह तो कह रहे हैं कि तुसीं मैनूं सानूं दसो की दिंदे हो ते तुहानूं अनपोज लिआवांगे 15 ਲੱਖ दे दिओ। कोई कहंदा जो अफवाहां सुणीਆਂ ने असीं स्पोर्ट जित लैनी है तो 5 ਲੱਖ दिओ। एजीटेशन च जे इलैक्शन कराउणी है तो ਉਹਦਾ मतलब है कि ਉਹਦੇ 'ਚ ਪਾਰਟਿਸਪੇਸ਼ਨ ਲੋਕਾਂ ਦੀ नहीं हो सकती। ਤੇ ਹੁਣ ਤਾਂ ਪਿੰਡ ਵਾਲੇ ਜਾਂਦੇ, ਕਿਸਾਨ ਹੀ ਜ਼ਿਆਦਾ ਨੇ। ਇਸ ਕਰਕੇ ਉਹਨਾਂ ਨੂੰ ਅਜੇ ਵੀ ਸੋਚਣਾ ਚਾਹੀਦਾ ਕਿ ਪੋਸਟਪੋਨ ਕਰਨੀ ਚਾਹੀਦੀ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਲਗਭਗ 2 ਮਹੀਨੇ ਤੇ ਪਹੁੰਚ ਗਿਆ। ਮੈਂ 1.5 ਮਹੀਨਾ ਜਿਹੜਾ ਉਸ ਦਾ ਕੰਪਲੀਟ ਹੋ ਚੁੱਕਿਆ, ਪਰ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ। ਜਿੱਥੇ ਕਿਸਾਨ ਖੇਤੀ ਬਿੱਲ ਵਾਪਸ ਲੈਣ ਤੇ ਅੜੇ ਹੋਏ ਨੇ, ਉੱਥੇ ਸਰਕਾਰ ਦਾ ਕਹਿਣਾ ਹੈ ਕਿ ਸਿਰਫ ਅਮੈਂਡਮੈਂਟ ਹੋ ਸਕਦੀ ਹੈ, ਕਿਸੇ ਵੀ ਸਥਿਤੀ 'ਚ ਜਿਹੜੇ ਖੇਤੀ ਕਾਨੂੰਨ ਹੈ ਉਹ ਵਾਪਸ ਨਹੀਂ ਲਿੱਤੇ ਜਾਣਗੇ। ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਜਿਹੜੇ ਕਿ ਪੰਜਾਬ ਪੋਲਿਟਿਕਸ ਦੇ ਸਭ ਤੋਂ ਸੀਨੀਅਰ ਲੀਡਰ ਨੇ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਗਰ ਕਿਸੇ ਨੂੰ ਆਪਾਂ ਕਹਿ ਸਕਦੇ ਹਾਂ ਤਾਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਜਿਹੜੇ ਏਜ ਔਰ ਐਕਸਪੀਰੀਅੰਸ ਦੇ ਵਿੱਚ ਸਭ ਤੋਂ ਸੀਨੀਅਰ ਨੇ। ਔਰ ਤੁਸੀਂ ਰਾਜ ਸਭਾ ਦੇ ਮੈਂਬਰ ਹੈ, ਸੈਂਟਰ ਮਿਨਿਸਟਰ ਰਹੇ ਨੇ, ਔਰ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ, ਉਸ ਦੇ ਸਰਬੋਸਰਬਾ ਵੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਸ ਦਾ ਰਿਜ਼ਲਟ ਕੀ ਨਿਕਲੂਗਾ। ਇੰਨੀ ਦੇਰ ਹੋ ਗਈ ਕਿਸਾਨਾਂ ਨੂੰ ਬੈਠੇ ਹੋਏ, ਦੋਨੋਂ ਧਿਰ ਆਪਣੀ ਜਿੱਦ 'ਤੇ ਅੜ ਗਏ ਨੇ ਔਰ ਕੋਈ ਫੈਸਲਾ ਜਿਹੜਾ ਹੈ ਹਾਲੇ ਨਿਕਲਦਾ ਨਜ਼ਰ ਨਹੀਂ ਆ ਰਿਹਾ। ਤਾਂ ਉਹਨਾਂ ਤੋਂ ਜਾਣਦੇ ਆ ਉਹ ਕੀ ਮੰਨਦੇ ਨੇ, ਉਹਨਾਂ ਦਾ ਕੀ ਢੀਂਡਸਾ ਸਾਹਿਬ, ਤੁਸੀਂ ਬਹੁਤ ਸੀਨੀਅਰ ਹੋ, ਤੁਸੀਂ ਸੈਂਟਰ ਮਿਨਿਸਟਰ ਵੀ ਰਹੇ ਹੋ, ਤੁਸੀਂ ਰਾਜ ਸਭਾ ਦੇ ਮੈਂਬਰ ਹੋ ਪ੍ਰੈਜ਼ੈਂਟ, ਔਰ ਇੱਕ ਪਾਰਟੀ ਦੇ ਸਰਬੋਸਰਬਾ ਵੀ ਹੋ। ਤੇ ਤੁਹਾਨੂੰ ਕੀ ਲੱਗਦਾ ਇਸ ਟਾਈਮ ਕਿਸਾਨ ਜਿਹੜੇ ਆ ਉਹ ਆਪਣੀ ਜਿੱਤ 'ਤੇ ਅੜ ਗਏ ਨੇ, ਦੂਜੇ ਪਾਸੇ ਸਰਕਾਰ ਜਿਹੜੀ ਹੈ ਆਪਣੀ ਜਿੱਤ 'ਤੇ ਅੜ ਗਈ ਆ। ਅਜਿਹੀ ਸਥਿਤੀ 'ਚ ਕੀ ਹੋ ਸਕਦਾ? ਕਿਉਂਕਿ ਤੁਸੀਂ ਵੀ ਕਈ ਵਾਰੀ ਸਰਕਾਰ 'ਚ ਰਹਿੰਦੇ ਹੋਏ ਇਸ ਤਰ੍ਹਾਂ ਦੇ ਅੰਦੋਲਨਾਂ ਨੂੰ ਤੁਸੀਂ ਟੈਕਲ ਵੀ ਕੀਤਾ ਹੋਇਆ, ਤੇ ਵਿਪਕਸ਼ 'ਚ ਰਹਿੰਦੇ ਹੋਏ ਇਸ ਤਰ੍ਹਾਂ ਦੇ ਅੰਦੋਲਨ ਕਿਤੇ ਵੀ ਹੋਣੇ ਆ। ਤੁਸੀਂ ਦੋਨੋਂ ਜਿਹੜੇ ਆ ਭਾਗ ਨਿਭਾਏ ਹੋਣੇ ਆ। ਤੁਹਾਨੂੰ ਕੀ ਲੱਗਦਾ ਅਜਿਹੀ ਸਥਿਤੀ 'ਚ ਕੀ ਹੋ ਸਕਦਾ? ਦੇਖੋ, ਮੈਂ ਸਮਝਦਾ ਤੁਸੀਂ 2 ਮਹੀਨੇ ਨਹੀਂ ਹੋਏ, 4 ਮਹੀਨੇ ਹੋ ਗਏ। 2 ਮਹੀਨੇ ਉਹਨਾਂ ਨੇ ਪੰਜਾਬ 'ਚ ਧਰਨੇ ਲਾਏ, ਕਦੇ ਰੇਲ ਰੋਕੀ, ਕਦੇ ਕਿਤੇ ਲੱਗੇ, ਅਤੇ 2 ਮਹੀਨੇ ਤੋਂ ਹੁਣ ਉੱਤੇ ਬੈਠੇ ਨੇ। ਤਕਰੀਬਨ 55 ਦਿਨ 56 ਦਿਨ ਹੋ ਗਏ ਉਹਨਾਂ ਨੂੰ ਦਿੱਲੀ ਬੈਠਿਆਂ ਨੂੰ। ਮੈਂ ਸਮਝਦਾ ਸਰਕਾਰ ਨੂੰ ਇੰਨੀ ਜਿੱਦ ਨਹੀਂ ਕਰਨੀ ਚਾਹੀਦੀ। ਜਿੱਡੀ ਵੱਡੀ, ਜਿਸ ਤਰ੍ਹਾਂ ਐਡੇ ਵੱਡੇ ਇਕੱਠ ਹੋਏ ਨੇ ਅਤੇ ਪੁਰਅਮਨ ਢੰਗ ਨਾਲ ਉਹਨਾਂ ਨੇ ਹੁਣ ਤੱਕ ਮੋਰਚੇ ਚਲਾਏ ਆ, ਅਤੇ ਜਿੰਨੀ ਉਹਨਾਂ ਨੂੰ ਸਪੋਰਟ ਮਿਲੀ ਹੈ ਅੱਜ ਤੱਕ ਕਿਸੇ ਐਜੀਟੇਸ਼ਨ ਨੂੰ ਨਹੀਂ ਮਿਲੀ, ਚਾਹੇ ਨੈਸ਼ਨਲੀ ਲੈ ਲਓ ਚਾਹੇ ਇੰਟਰਨੈਸ਼ਨਲੀ ਲੈ ਲਓ। ਮੈਂ ਸਮਝਦਾ ਕਿ ਸਰਕਾਰ ਲੋਕਾਂ ਦੀ ਚੁਣੀ ਹੈ ਨਾ, ਅਤੇ ਲੋਕਾਂ ਦੇ ਕਹੇ ਤੋਂ ਉਹ ਕਰ ਸਕਦੇ ਆ। ਕਹਿੰਦੇ ਜੀ ਕਿਸਾਨਾਂ ਦੇ ਹੱਕ 'ਚ ਨੇ, ਬੜਾ ਰੌਲਾ ਪਾ ਰਹੀ ਹੈ ਸਰਕਾਰ। ਜਦੋਂ ਕਿਸਾਨ ਹੀ ਕਹਿੰਦੇ ਸਾਡੇ ਹੱਕ 'ਚ ਹੋਣ ਨਾ ਹੋਣ, ਜੇ ਉਹਨਾਂ ਦੇ ਹੱਕ 'ਚ ਨੇ, ਉਹ ਚਾਹੁੰਦੇ ਨੇ ਵੀ ਇਹਨੂੰ ਖਤਮ ਕਰ ਦਿਓ, ਉਹ ਖਤਮ ਕਰ ਦੇਣ। ਕੀ ਲੱਗਦਾ ਕੀ ਹੈ ਵੀ ਕਿਸ ਜਿਹੜੀ ਸਰਕਾਰ ਹੈ, ਚਲੋ ਮੈਂ ਸਰ ਤੁਹਾਡੀ ਗੱਲ 'ਤੇ ਆ ਜਾਂਦਾ ਵੀ ਸਰਕਾਰ ਦਾ ਇਸ ਜਿੱਦ ਦੇ ਪਿੱਛੇ ਕੀ ਕਾਰਨ ਕੀ ਲੱਗਦਾ? ਤੁਹਾਨੂੰ ਕੀ ਲੱਗਦਾ? ਕਿਉਂਕਿ ਤੁਸੀਂ ਤਾਂ ਕਈ ਸਾਲ ਸਰਕਾਰਾਂ 'ਚ ਰਹੇ ਹੋ ਅਤੇ ਅਹਿਮ ਪਦਾਂ 'ਤੇ ਰਹੇ ਹੋ। ਦੇਖੋ, ਇਹ ਵੀ ਠੀਕ ਹੈ, ਸਰਕਾਰ ਇਹ ਚਾਹੁੰਦੀ ਹੁੰਦੀ ਹੈ ਵੀ ਜਿਹੜੇ ਐਕਟ ਪਾਸ ਹੋ ਜਾਣ ਅਤੇ ਉਹ ਫਿਰ ਉਵੇਂ ਜਿਵੇਂ ਲਾਗੂ ਰਹਿਣ, ਜਾਂ ਉਹਦੇ 'ਚ ਅਮੈਂਡਮੈਂਟਾਂ ਹੁੰਦੀਆਂ। ਅਮੈਂਡਮੈਂਟ ਤਾਂ ਹੁੰਦੀਆਂ ਨਹੀਂ ਹੈ। ਮੈਂ ਸਮਝਦਾ ਕਿ ਉਹਨਾਂ ਨੂੰ ਇੰਨੀ ਜਿੱਦ ਨਹੀਂ ਕਰਨੀ ਚਾਹੀਦੀ। ਠੀਕ ਹੈ, ਉਹਨਾਂ ਦੀ ਵੀ ਕੁਛ ਹੱਦ ਤੱਕ ਠੀਕ ਹੈ, ਜਦੋਂ ਉਹ ਇਹ ਸਮਝਦੇ ਨੇ ਕਿ ਇੰਨਾ ਕੁਛ ਹੋ ਰਿਹਾ ਅਤੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ। ਮੈਂ ਤਾਂ ਇਹੀ ਕਹਿਣਾ। ਬਾਕੀ ਰਿਹਾ ਜਿੱਦ ਤਾਂ ਮੋਦੀ ਸਾਹਿਬ ਦੀ ਵੀ ਹੈ, ਹੋਰ ਕੋਈ ਨਹੀਂ ਹੈ। ਪ੍ਰਾਈਮ ਮਿਨਿਸਟਰ 'ਤੇ ਹੀ ਹੈ ਸਾਰਾ ਕੁਛ। ਅਗਰ ਪ੍ਰਾਈਮ ਮਿਨਿਸਟਰ ਬੈਠ ਕੇ ਪਹਿਲਾਂ ਹੀ ਸ਼ੁਰੂ 'ਚ ਪ੍ਰਾਈਮ ਮਿਨਿਸਟਰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਨਿਬੇੜ ਲੈਂਦੇ, ਹੋ ਸਕਦਾ ਅਮੈਂਡਮੈਂਟਾਂ 'ਤੇ ਮੁੱਕ ਜਾਂਦਾ। ਲੇਕਿਨ ਜਦੋਂ ਉਹਨਾਂ ਨੇ ਵੀ ਅੜੀ ਦੇਖੀ ਵੀ ਪ੍ਰਾਈਮ ਮਿਨਿਸਟਰ ਦੀ ਬਹੁਤ ਅੜੀ ਹੈ, ਅਤੇ ਉਹ ਵੀ ਆਪਦੀ ਅੜੀ 'ਚ ਆ ਗਏ। ਉਹਨਾਂ ਨੂੰ ਬਹੁਤ ਵੱਡੀ ਸਪੋਰਟ ਮਿਲ ਗਈ ਹੈ, ਅਤੇ ਲੋਕਾਂ ਨੂੰ ਇਹ ਹੈ ਕਿ ਉਹ ਜਿਹੜੇ ਉਹ ਕਹਿੰਦੇ ਨੇ ਕਿਸਾਨ, ਉਹ ਠੀਕ ਹੀ ਗੱਲ ਹੋਏਗੀ। ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਹੋਣੀ, ਕੁਦਰਤੀ ਹੈ। ਅਤੇ ਦੂਸਰਾ, ਜਦੋਂ ਪਾਸ ਕਰਾਇਆ ਹੈ ਇਹ ਬਿੱਲ ਰਾਜ ਸਭਾ 'ਚ, ਹੋ ਸਕਦਾ ਉਹਨਾਂ ਦੀ ਮੈਜੋਰਟੀ ਨਾ ਹੋਵੇ, ਲੇਕਿਨ ਜਿਸ ਤਰ੍ਹਾਂ ਝਗੜੇ ਨਾਲ ਉਹ ਕਰਾਏ ਨੇ ਪਾਸ, ਉਹਦਾ ਵੀ ਲੋਕਾਂ 'ਚ ਥੋੜ੍ਹਾ ਜਿਹਾ ਗਿਲਾ ਹੈਗਾ, ਗੁੱਸਾ ਹੈਗਾ ਕਿ ਧੱਕੇ ਨਾਲ ਉਹਨਾਂ ਨੇ ਪਾਸ ਕਰਾਏ ਨੇ।
ਢੀਂਡਸਾ ਸਾਹਿਬ ਕੱਲ ਜਿਹੜੇ ਐਗਰੀਕਲਚਰ ਮਿਨਿਸਟਰ ਹੈ ਸੈਂਟਰ ਦੇ, ਉਹਨਾਂ ਦਾ ਬਿਆਨ ਆ ਗਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵਿਰੋਧ ਆ, ਥੋੜ੍ਹਾ ਬਹੁਤ ਵਿਰੋਧ ਇਹ ਹੁੰਦਾ ਹੀ ਹੁੰਦਾ ਹੈ, ਜਿਹੜਾ ਮਰਜ਼ੀ ਕਾਨੂੰਨ ਲੈ ਕੇ ਆਈਏ, ਔਰ ਇਸ ਦਾ ਵੀ ਥੋੜ੍ਹਾ ਬਹੁਤ ਵਿਰੋਧ ਹੋ ਰਿਹਾ ਵੀ ਅਸੀਂ ਕਿਸੇ ਵੀ ਸਥਿਤੀ 'ਚ ਹੁਣ ਇਹਨੂੰ ਵਾਪਸ ਨਹੀਂ ਲਵਾਂਗੇ, ਇਹ ਵਿਰੋਧ ਜਿਹੜਾ ਹੈਗਾ ਇਹਨੂੰ ਅਸੀਂ ਟੈਕਲ ਕਰ ਲਾਂਗੇ। ਇਹ ਤਾਂ ਐਗਰੀਕਲਚਰ ਮਿਨਿਸਟਰ ਉਦੋਂ ਦੀ ਕਹਿ ਰਹੇ ਨੇ। ਵੱਡੀ ਗੱਲ ਇਹ ਹੈ ਕਿ ਐਗਰੀਕਲਚਰ ਮਿਨਿਸਟਰ ਸਾਹਿਬ ਦੇ ਵਾਸਤੇ ਰੋਗ ਨਹੀਂ, ਇਹ ਗੱਲ ਨਹੀਂ ਹੈ। ਜਿੰਨਾ ਚਿਰ ਪ੍ਰਾਈਮ ਮਿਨਿਸਟਰ ਨਹੀਂ ਮੰਨਦੇ, ਕਿ ਉਹ ਤਾਂ ਜੋ ਉੱਤੋਂ ਹੁਕਮ ਹੁੰਦਾ ਹੈ ਉਹਦੇ ਮੁਤਾਬਕ ਹੀ ਕਹਿੰਦੇ ਆ। ਜੇ ਉਹ ਕਹਿ ਦੇਣਗੇ ਪ੍ਰਾਈਮ ਮਿਨਿਸਟਰ ਮੰਨ ਜਾਣਗੇ ਤਾਂ ਖੇਤੀਬਾੜੀ ਮੰਤਰੀ ਨੇ ਕਹਿ ਦੇਣਾ ਠੀਕ ਹੈ ਜੀ ਅਸੀਂ ਵਿਡਰਾ ਕਰ ਲੈਂਦੇ ਹਾਂ। ਇਸ ਕਰਕੇ ਉਹ ਤਾਂ ਪ੍ਰਧਾਨ ਮੰਤਰੀ ਤੇ ਉਹਨਾਂ ਨੂੰ ਆਪ ਸੋਚ ਕੇ ਇਹ 'ਤੇ ਫੈਸਲਾ ਕਰਨਾ ਚਾਹੀਦਾ। ਇੱਕ ਸਰ ਕੱਲ੍ਹ ਦੀ ਫਿਰ ਮੀਟਿੰਗ ਆ ਗਈ, ਕਈ ਦੌਰ ਦੀ ਮੀਟਿੰਗ ਆਲਰੇਡੀ ਹੋ ਚੁੱਕੀ ਹੈ ਕਿਸਾਨ ਲੀਡਰਾਂ ਅਤੇ ਕੇਂਦਰ ਮੰਤਰੀਆਂ ਦੇ ਵਿੱਚ। ਕੱਲ੍ਹ ਫਿਰ 20 ਤਰੀਕ ਨੂੰ ਫਿਰ ਮੀਟਿੰਗ ਆ ਗਈ ਆ। ਸੋਨੂੰ ਕੀ ਲੱਗਦਾ, ਕਿਉਂਕਿ ਜਿਹੜੀ ਪੁਰਾਣੀਆਂ ਮੀਟਿੰਗਾਂ ਉਹਨਾਂ ਨੂੰ ਦੇਖਿਆ ਜਾਵੇ ਤਾਂ ਕਿਸਾਨ ਹਤਾਸ਼ ਹੈ, ਨਿਰਾਸ਼ ਹੈ, ਅਤੇ ਸੋਨੂੰ ਕੀ ਲੱਗਦਾ ਵੀ ਕੱਲ੍ਹ ਦੀ ਕੋਈ ਮੀਟਿੰਗ ਕੋਈ ਪੋਜ਼ੀਟਿਵ ਰਿਸਪੌਂਸ ਦੇ ਸਕਦੀ ਆ, ਕਿਸਾਨਾਂ ਨੂੰ ਉਸ 'ਚ ਜਾਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਇਸ ਦਾ ਵੀ ਰਿਜ਼ਲਟ ਜਿਹੜਾ ਪਹਿਲੇ ਵਾਂਗੂ ਹੀ ਰਹਿਣ ਦੀ ਉਮੀਦ ਹੈ? ਦੇਖੋ ਰਿਜ਼ਲਟ ਤਾਂ ਉਹੀ ਰਹੇਗਾ, ਕਿਉਂਕਿ ਕੋਈ ਮੈਨੂੰ ਜਿਸ ਤਰ੍ਹਾਂ ਦੀ ਐਗਰੀਕਲਚਰ ਮਿਨਿਸਟਰ ਦਾ ਬਿਆਨ ਆਇਆ ਉਹ ਤੋਂ ਨਹੀਂ ਮਹਿਸੂਸ ਹੁੰਦਾ ਕਿ ਉਹਦਾ ਕੋਈ ਹੱਲ ਲੱਭੇਗਾ। ਇਸ ਕਰਕੇ ਕਿਸਾਨਾਂ ਨੇ ਵੀ ਇਹ ਸੋਚਿਆ ਵੀ ਜੇ ਅਸੀਂ ਨਹੀਂ ਜਾਂਦੇ ਤਾਂ ਲੋਕਾਂ ਨੇ ਕਹਿਣਾ ਇਹ ਜਾਂਦੇ ਨਹੀਂ ਹਨ। ਅਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਵੀ ਹੈ, ਫੈਸਲਾ ਭਾਵੇਂ ਬਹੁਤ ਅੱਛਾ ਸੀਗਾ, ਲੇਕਿਨ ਜੋ ਕਮੇਟੀ ਬਣਾਈ ਹੈ ਉਹ ਉਹਨਾਂ ਨੂੰ ਦੇਖ ਕੇ ਬਣਾਉਣੀ ਚਾਹੀਦੀ ਸੀ ਕਿ ਉਹਨਾਂ ਲੋਕਾਂ ਦੀ ਬਣਾਤੀ ਜਿਹੜੇ ਲੋਕ ਆਲਰੇਡੀ ਉਹਦੇ ਹੱਕ 'ਚ ਬੋਲ ਚੁੱਕੇ ਨੇ ਬਿਲਾਂ ਦੇ। ਅਤੇ ਇਸ ਕਰਕੇ ਕੁਦਰਤੀ ਆ ਉਹ ਕਿਸਾਨ ਕਿਵੇਂ ਮੰਨ ਸਕਦੇ ਸੀ। ਮੈਂ ਸਮਝਦਾ ਚਲੋ ਦੇਖੋ ਜੇ ਪਰਮਾਤਮਾ ਕਰੇ ਸਰਕਾਰ ਦੇ ਮਾਇੰਡ 'ਚ ਆਵੇ ਕੁਛ, ਦੋਨੇ ਧਿਰਾਂ ਠੀਕ ਢੰਗ ਨਾਲ ਬਿਹੇਵ ਕਰਨਗੀਆਂ ਤਾਂ ਹੋ ਸਕਦਾ ਹੱਲ ਤਾਂ ਨਿਕਲਦੇ ਨੇ, ਅਖੀਰ ਨੂੰ ਹੱਲ ਤਾਂ ਕੱਢਣੇ ਹੀ ਪੈਣੇ ਕੋਈ ਨਾ ਕੋਈ। ਅੱਜ ਨਹੀਂ ਤਾਂ ਕੱਲ੍ਹ ਨੂੰ, ਕੱਲ੍ਹ ਨਹੀਂ ਤਾਂ ਪਰਸੋਂ ਨੂੰ, ਕਦੇ ਨਾ ਕਦੇ ਨਿਕਲੇਗਾ ਹੱਲ ਤਾਂ। ਢੀਂਡਸਾ ਸਾਹਿਬ ਤੁਸੀਂ ਬੜੇ ਪੋਜ਼ੀਟਿਵ ਹੋ, ਮੈਨੂੰ ਤੁਹਾਡੀ ਗੱਲ ਠੀਕ ਵੀ ਲੱਗਦੀ ਆ। ਦੂਜੇ ਪਾਸੇ ਮੈਂ ਇੱਕ ਹੋਰ ਗੱਲ ਤੋਂ ਪੁੱਛਣਾ ਚਾਹੁੰਦਾ, ਕਿਸਾਨਾਂ ਨੇ 26 ਜਨਵਰੀ ਨੂੰ ਰਿਪਬਲਿਕ ਡੇ ਦੇ ਉੱਤੇ, ਜਿੱਥੇ ਸਾਡੀ ਸੈਨਾ ਦੀ ਤਿੰਨੋਂ ਸੈਨਾ ਦੀਆਂ ਪਰੇਡ ਹੁੰਦੀਆਂ, ਉੱਥੇ ਘੋਸ਼ਣਾ ਕੀਤੀ ਹੈ ਕਿ 26 ਜਨਵਰੀ ਨੂੰ ਇਸ ਵਾਰੀ ਟਰੈਕਟਰ ਪਰੇਡ ਹੋਏਗੀ ਔਰ ਉਸ ਦੀ ਤਿਆਰੀ ਪਿੰਡ 'ਚ ਚੱਲ ਰਹੀ ਹੈ। ਇੰਨਾ ਹੀ ਨਹੀਂ, ਸਭ ਨੂੰ ਕਿਹਾ ਜਾ ਰਿਹਾ ਵੀ ਇੱਕ ਟਰੈਕਟਰ ਪਿੰਡ 'ਚੋਂ ਜਾਏਗਾ ਔਰ ਇਹ ਕਿਹਾ ਜਾ ਰਿਹਾ ਵੀ ਜਿਹੜਾ ਨਹੀਂ ਭੇਜੇਗਾ ਟਰੈਕਟਰ ਉਹਨੂੰ ਜੁਰਮਾਨਾ ਵੀ ਕੀਤਾ ਜਾਏਗਾ ਵੀ ਇੰਨੀ ਵੱਡੀ। ਔਰ ਉਸ ਦੀ ਰਿਹਰਸਲ ਸ਼ੁਰੂ ਹੋ ਗਈ ਹੈ ਪਿੰਡਾਂ 'ਚ, ਸ਼ਹਿਰਾਂ 'ਚ। ਉਸ ਜਿਹੜੀ ਟਰੈਕਟਰ ਪਰੇਡ ਆ ਉਸ ਦੀ ਰਿਹਰਸਲ ਸ਼ੁਰੂ ਹੋ ਗਈ ਆ। ਅੱਜ ਹਾਲਾਂਕਿ ਸੁਪਰੀਮ ਕੋਰਟ ਨੇ ਇਸ 'ਚ ਦਖਲ ਦੇਣ ਤੋਂ ਮਨਾ ਕਰ ਦਿੱਤਾ, ਅਤੇ ਅੱਜ ਦਿੱਲੀ ਪੁਲਿਸ ਅਤੇ ਕਿਸਾਨ ਲੀਡਰਾਂ ਦੀ ਮੀਟਿੰਗ ਸੀਗੀ, ਜਿਸ 'ਚ ਹਾਲਾਂਕਿ ਕੋਈ ਅਜਿਹਾ ਹੱਲ ਤਾਂ ਨਹੀਂ ਨਿਕਲਿਆ। ਉਹ ਜਿਹੜੀ ਮੀਟਿੰਗ ਆ ਉਹ ਕੱਲ੍ਹ ਹੀ ਪੋਸਟਪੋਨ ਕਰ ਦਿੱਤੀ ਹੈ। ਕੱਲ੍ਹ ਫਿਰ ਕਿਸਾਨ ਅਤੇ ਦਿੱਲੀ ਪੁਲਿਸ ਦੇ ਜਿਹੜੇ ਅਧਿਕਾਰੀ ਆ ਸੁਰੱਖਿਆ ਵਿਵਸਥਾ ਨੂੰ ਲੈ ਕੇ ਉਹ ਦੁਬਾਰਾ ਬੈਠਣਗੇ। ਤੁਸੀਂ ਇਸ ਜਿਹੜੀ ਟਰੈਕਟਰ ਪਰੇਡ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੋਈ ਇੱਕ ਤਾਂ ਪੋਜ਼ੀਟਿਵ ਸਟੈਪ ਇਹ ਹੈ ਕਿ ਉਹਨਾਂ ਨੇ ਕਹਿਦਾ ਅਸੀਂ ਉੱਥੇ ਨਹੀਂ ਕਰਨੀ ਜਿੱਥੇ ਸਰਕਾਰ ਕਰਦੀ ਹੈ, ਜਿਹੜੀ ਮਨਾਉਂਦੀ ਹੈ 26 ਜਨਵਰੀ, ਉੱਥੇ ਸਾਡੀ ਪਰੇਡ ਨਹੀਂ ਹੋਏਗੀ, ਅਸੀਂ ਆਊਟਰ ਰਿੰਗ ਰੋਡ 'ਤੇ ਪਰੇਡ ਕਰਾਂਗੇ। ਅਤੇ ਪਹਿਲਾਂ ਵੀ ਉਹਨਾਂ ਨੇ ਕਰ ਲਿਆ ਇੱਕ ਦਿਨ ਟਰੈਕਟਰ ਰੈਲੀ ਕਰੀ ਤੀ, ਅਤੇ ਉੱਥੇ ਕਰ ਲੈਣ ਤਾਂ ਕੋਈ ਹਰਜ ਨਹੀਂ ਜੇ ਉਹਨਾਂ ਦੀ ਗੱਲ ਮੁੱਕ ਜਾਏ। ਅਤੇ ਜੇ ਪੁਰਮ ਢੰਗ ਨਾਲ ਉਹ ਕਰਨਾ ਚਾਹੁੰਦੇ ਕਰ ਲੈਣ, ਹੱਕ ਵੀ ਹੁੰਦਾ ਅਗਲੇ ਨੂੰ। ਢੀਂਡਸਾ ਸਾਹਿਬ, ਪੰਜਾਬ ਗੌਰਮੈਂਟ ਨੇ ਜਿਹੜੇ ਆ ਲੋਕਲ ਬੋਡੀਜ਼ ਜਿਹੜੇ ਇਲੈਕਸ਼ਨ ਹੈ ਉਹ ਅਨਾਊਂਸ ਕਰ ਦਿੱਤੇ ਗਏ ਨੇ ਔਰ 14 ਜਿਹੜਾ ਫਰਵਰੀ ਹੈ ਉਸ 'ਚ ਇਲੈਕਸ਼ਨ ਹੋ ਰਹੇ ਨੇ। ਅਤੇ ਪਰ ਦੂਜੇ ਪਾਸੇ ਤੁਸੀਂ ਜਿਹੜੇ ਤੁਹਾਡੀ ਪਾਰਟੀ ਜਿਹੜੀ ਆ ਉਹ ਇਸ ਇਲੈਕਸ਼ਨਾਂ ਦਾ ਵਿਰੋਧ ਕਰ ਰਹੀ ਹੈ ਔਰ ਮੇਰਾ ਖਿਆਲ ਸ਼ਾਇਦ ਤੁਸੀਂ ਘੋਸ਼ਣਾ ਵੀ ਕੀਤੀ ਹੈ ਵੀ ਤੁਹਾਡੀ ਪਾਰਟੀ ਇਸ ਇਲੈਕਸ਼ਨ ਦੇ ਵਿੱਚ ਭਾਗ ਨਹੀਂ ਲਏਗੀ। ਅਤੇ ਇਸ ਦੇ ਪਿੱਛੇ ਕੀ ਕਾਰਨ ਤੁਹਾਨੂੰ ਨਜ਼ਰ ਆਉਂਦਾ ਔਰ ਕਿਉਂ ਨਹੀਂ ਤੁਹਾਡੀ ਪਾਰਟੀ ਜਿਹੜੀ ਹੈ ਇਸ ਇਲੈਕਸ਼ਨਾਂ 'ਚ ਭਾਗ ਲੈ ਰਹੀ? ਦੇਖੋ ਇੱਕ ਪਾਸੇ ਤਾਂ ਕਿਸਾਨ ਸਾਰੀ ਪੰਜਾਬ ਉੱਥੇ ਬੈਠਾ, ਦੂਸਰੇ ਪਾਸੇ ਇਲੈਕਸ਼ਨ ਕਰਾ ਰਹੇ ਨੇ ਔਰ ਇਲੈਕਸ਼ਨ ਵੀ ਇਸ ਤਰੀਕੇ ਨਾਲ ਕਰਾ ਰਹੇ ਨੇ ਕਿ ਇਹਨਾਂ ਦੇ ਜਿਹੜੇ ਲੀਡਰ ਨੇ ਕਈ ਜਗ੍ਹਾ 'ਤੇ ਉਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਦੱਸੋ ਕੀ ਦਿੰਦੇ ਹੋ ਅਤੇ ਤੁਹਾਨੂੰ ਅਨਪੋਜ਼ ਲਿਆਵਾਂਗੇ 15 ਲੱਖ ਦੇ ਦਿਓ। ਕੋਈ ਕਹਿੰਦਾ ਜੋ ਅਫਵਾਹਾਂ ਸੁਣੀਆਂ ਨੇ ਅਸੀਂ, ਅਤੇ ਕੋਈ ਕਹਿੰਦਾ ਜੇ ਊਂ ਜਿੱਤਣਾ ਤੁਸੀਂ ਸਪੋਰਟ ਜਿੱਤ ਲੈਣੀ ਹੈ ਤਾਂ 5 ਲੱਖ ਦਿਓ। ਇਸ ਤਰ੍ਹਾਂ ਕਿਉਂਕਿ ਕੀ ਜ਼ਰੂਰਤ ਪੈ ਗਈ ਸੀ ਇੰਨੀ, ਜੇ ਹੁਣ ਤੱਕ ਨਹੀਂ ਹੋਈਆਂ ਅਤੇ ਹੁਣ ਇਲੈਕਸ਼ਨ ਤੋਂ ਬਾਅਦ ਕਰਾ ਲੈਂਦੇ, ਜਾਂ ਇਹਨਾਂ ਦੀ ਐਜੀਟੇਸ਼ਨ ਤੋਂ ਬਾਅਦ ਜਦੋਂ ਮਰਜ਼ੀ ਕਰਾ ਸਕਦੇ ਸੀ।
ਇਹਦਾ ਮਤਲਬ ਇਹ ਹੈ ਕਿ ਐਜੀਟੇਸ਼ਨ 'ਚ ਜੇ ਇਲੈਕਸ਼ਨ ਕਰਾਉਣੀ ਹੈ ਤੇ ਉਹਦਾ ਮਤਲਬ ਹੈ ਕਿ ਉਹਦੇ 'ਚ ਪਾਰਟੀਸਪੇਸ਼ਨ ਲੋਕਾਂ ਦੀ ਨਹੀਂ ਹੋ ਸਕਦੀ। ਜਿਹੜੇ ਹੁਣ ਤਾਂ ਅੱਗੇ ਤਾਂ ਵੱਡੇ ਸ਼ਹਿਰਾਂ 'ਚ ਹੀ ਸੀ ਨਾ, ਤੇ ਹੁਣ ਤਾਂ ਛੋਟੇ ਪਿੰਡਾਂ ਦੀਆਂ ਮਿਊਨਿਸਪਲ ਕਮੇਟੀਆਂ ਬਣੀਆਂ ਪਈਆਂ ਨੇ, ਤੇ ਹੁਣ ਤਾਂ ਪਿੰਡ ਵਾਲੇ ਜਾਂਦੇ, ਕਿਸਾਨ ਹੀ ਜ਼ਿਆਦਾ ਨੇ। ਇਸ ਕਰਕੇ ਉਹਨਾਂ ਨੂੰ ਅਜੇ ਵੀ ਸੋਚਣਾ ਚਾਹੀਦਾ ਕਿ ਪੋਸਟਪੋਨ ਕਰਨੀਆਂ ਚਾਹੀਦੀਆਂ। ਥੈਂਕ ਯੂ ਵੈਰੀ ਮਚ। ਇਹ ਸੀਗੇ ਸੁਖਦੇਵ ਸਿੰਘ ਢੀਂਡਸਾ ਜੀ, ਜਿਹੜੇ ਕਿ ਪੰਜਾਬ ਦੇ ਬੜੇ ਸੀਨੀਅਰ ਲੀਡਰ ਹੈ ਔਰ ਸੈਂਟਰ ਮਿਨਿਸਟਰ ਰਹੇ ਨੇ, ਇਸ ਸਮੇਂ ਰਾਜ ਸਭਾ ਦੇ ਮੈਂਬਰ ਹੈ। ਔਰ ਅੱਜ ਉਹਨਾਂ ਨੇ ਇੱਕ ਬਹੁਤ ਵੱਡਾ ਐਲੀਗੇਸ਼ਨ ਲਗਾਇਆ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਲ ਬੋਡੀਜ਼ ਦੇ ਇਲੈਕਸ਼ਨ ਹੋ ਰਹੇ ਆ, ਉਸ ਵਿੱਚ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਆ, ਉਹ ਲੋਕਾਂ ਨੂੰ ਸਮਰਥਨ ਦੇਣ ਦੇ ਪੈਸੇ ਲੈ ਰਹੇ ਨੇ। ਬਈ ਉਹਨਾਂ ਦੀ ਜਿਹੜੀ ਉਹਨਾਂ ਦੀ ਗੱਲ ਜਿਹੜੀ ਆ ਵੀ ਲੀਡਰ ਜਿਹੜੇ ਆ, ਢੀਂਡਸਾ ਸਾਹਿਬ ਕੁਛ ਹੋਰ ਕਹਿਣਾ? ਨਹੀਂ, ਉਹਨਾਂ ਦੇ ਲੀਡਰ ਨੇ ਜਿਹੜੇ ਲੋਕਲ ਜਿੰਮੇ ਹੁੰਦੇ ਨੇ, ਕੋਈ ਹਲਕਾ ਇੰਚਾਰਜ ਨੇ ਜਾਂ MLA ਨੇ, ਉਹਨਾਂ ਦੇ ਕਈਆਂ ਦੀ ਸ਼ਿਕਾਇਤ ਮਿਲੀ ਹੈ ਹਲਕਾ ਇੰਚਾਰਜਾਂ ਦੀ, ਕਿ ਉਹ ਪੈਸੇ ਮੰਗ ਰਹੇ ਨੇ ਕਿ ਆਓ ਤੁਹਾਨੂੰ ਅਨਪੋਜ਼ਡ ਲਿਆ ਦਾਂਗੇ ਅਸੀਂ। ਅਤੇ ਹੁਣ ਦੱਸੋ, ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਫਿਰ ਇਲੈਕਸ਼ਨ ਕਰਾਈ ਜਾਵੇ। ਮੰਦਭਾਗਾ, ਬਹੁਤ ਮੰਦਭਾਗਾ। ਢੀਂਡਸਾ ਸਾਹਿਬ ਨੇ ਕਿਹਾ ਹੈ ਕਿ ਜਿਹੜੇ ਲੀਡਰ ਨੇ, ਹਲਕਾ ਇੰਚਾਰਜ ਨੇ, ਉਹ ਇਹ ਗੱਲ ਕਹਿ ਰਹੇ ਨੇ, ਹਾਲੇ ਇਲੈਕਸ਼ਨ ਬਾਅਦ 'ਚੋਂ, ਇਲੈਕਸ਼ਨ ਤੋਂ ਪਹਿਲੇ ਇਹ ਗੱਲ ਕਹਿ ਰਹੇ ਨੇ ਵੀ ਜਦੋਂ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਅਨਅਪੋਜ਼ਡ ਉਹ ਜਿਤਾ ਦੇਣਗੇ। ਇਸ ਦਾ ਮਤਲਬ ਜਿਹੜੇ ਇਲੈਕਸ਼ਨ ਹੈ, ਇਸ ਦਾ ਤਾਂ ਕੋਈ ਮਾਇਨੇ ਨਹੀਂ ਹੈ। ਇਲੈਕਸ਼ਨ ਤਾਂ ਇਹ ਹੁੰਦਾ ਲੋਕਤੰਤਰ ਵਿੱਚ ਵੀ ਜਿਹਨੂੰ ਲੋਕੀ ਪਸੰਦ ਕਰਦੇ ਆ ਉਹਨੂੰ ਉਸ ਦਾ ਚੁਣਾਵ ਹੋਣਾ, ਨਾ ਕਿ ਜਿਹਨੂੰ ਲੀਡਰ ਪਸੰਦ ਕਰਦੇ ਆ ਉਸ ਦਾ ਚੁਣਾਵ ਹੋਣਾ, ਔਰ ਉਸ ਦੇ ਲਈ ਵੀ ਪੈਸੇ ਚੱਲ ਰਹੇ ਨੇ। ਇਹ ਬਹੁਤ ਵੱਡਾ ਐਲੀਗੇਸ਼ਨ ਹੈ ਜੋ ਕਿ ਸਰਕਾਰ ਨੂੰ ਦੇਖਣਾ ਚਾਹੀਦਾ। ਔਰ ਢੀਂਡਸਾ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਇਲੈਕਸ਼ਨ ਹੈ ਇਹ ਪੋਸਟਪੋਨ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਕਿਸਾਨ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਆ, ਉਹ ਆਪਣੀ ਮੰਗਾਂ ਲਈ ਇਸ ਸਮੇਂ ਦਿੱਲੀ ਬਾਰਡਰ ਤੇ ਬੈਠਾ ਹੈ, ਜਿਹਨੇ ਕਿ ਵੋਟਾਂ ਪਾਣੀਆਂ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।